Kanchan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਸ ਪਰਮਾਤਮਾ ਨੇ ਇੰਨਾ ਗੁੰਝਲਦਾਰ ਤੇ ਇੰਨਾ ਕੀਮਤੀ ਇਹ ਸਰੀਰ ਸਾਨੂੰ ਬਖਸ਼ਿਆ ਹੈ, ਪਰ ਅਜੋਕੇ ਯੁੱਗ ਦੇ ਵਿੱਚ ਅਸੀਂ ਇਸ ਸਰੀਰ ਨੂੰ ਬਹੁਤ ਜ਼ਿਆਦਾ ਨਜ਼ਰਅੰਦਾਜ਼ ਕਰਦੇ ਹਾਂ। ਦਿਨ ਬ ਦਿਨ ਸੰਸਾਰ ਜੋ ਅਸਲ ਭੋਜਨ ਹਨ ਉਹਨਾਂ ਤੋਂ ਦੂਰ ਜਾਂਦਾ ਜਾ ਰਿਹਾ ਹੈ ਤੇ ਭੋਜਨਾਂ ਵਰਗੇ ਪਦਾਰਥਾਂ ਵੱਲ ਨੂੰ ਵੱਧ ਰਿਹਾ ਹੈ। ਜੋ ਵੀ ਸਮਾਨ ਅਸੀਂ ਖਾਂਦੇ ਹਾਂ, ਜਿਹੜਾ ਪੈਕਟਾਂ ਦੇ ਵਿੱਚ, ਡੱਬਿਆਂ ਦੇ ਵਿੱਚ ਬੰਦ ਹੋ ਕੇ ਆਉਂਦਾ ਹੈ ਬਾਜ਼ਾਰਾਂ ਦੇ ਵਿੱਚ, ਦਰਅਸਲ ਉਹ ਭੋਜਨ ਹੈ ਨਹੀਂ, ਉਹ ਭੋਜਨ ਵਰਗਾ ਹੈ। ਇਹ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 554ਵੇਂ ਅੰਗ ਦੇ ਉੱਪਰ ਵਿਰਾਜਮਾਨ ਬਾਣੀ 'ਚ ਲਿਖਦੇ ਨੇ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਇਸ ਪੰਕਤੀ ਦੇ ਅਰਥਾਂ ਨੂੰ ਵਿਸਥਾਰ 'ਚ ਜਾਣਾਂਗੇ ਤੇ ਨਾਲ ਹੀ ਕੁਝ ਹੋਰ ਗੱਲਾਂ ਗੁਰੂ ਸਾਹਿਬ ਸ਼ਰਾਬ ਦੇ ਬਾਰੇ 'ਚ ਇਸ ਅੰਗ 'ਤੇ ਵਿਰਾਜਮਾਨ ਗੁਰਬਾਣੀ 'ਚ ਲਿਖਦੇ ਨੇ, ਤੇ ਇੱਕ ਪਤੇ ਦੀ ਗੱਲ ਇਸ ਬਾਬਤ ਵੀ ਦੱਸਦੇ ਨੇ ਕਿ ਜਦੋਂ ਮਨੁੱਖ ਨੂੰ ਸੋਝੀ ਪੈ ਜਾਵੇ, ਸਮਝ ਆ ਜਾਵੇ, ਤਦੋਂ ਉਹਦੇ ਜੀਵਨ ਦੇ ਵਿੱਚ ਕਿੱਦਾਂ ਦੀ ਤਬਦੀਲੀ ਆਉਂਦੀ ਹੈ। ਆਓ ਜਾਣੀਏ। ਮਹਿਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਹ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਕਮਲ ਵਸਦੇ ਹਨ ਤੇ ਜੀਵ ਹਰੀ ਨੂੰ ਜਪਦੀ ਹੈ, ਤੇ ਪ੍ਰਭੂ ਜਿਸ ਸਰੀਰ ਕਰਕੇ ਸਿਮਰਿਆ ਜਾਂਦਾ ਹੈ, ਤਿਸ ਦੇਹੀ ਕੋ ਪਾਲ। ਗੁਰੂ ਸਾਹਿਬ ਹਦਾਇਤ ਕਰਦੇ ਨੇ ਸਾਨੂੰ ਕਿ ਉਸ ਸਰੀਰ ਦੀ ਪਾਲਣਾ ਕਰੋ। ਅਜੋਕੇ ਮਨੁੱਖ ਦਾ ਬਹੁਤਾ ਜ਼ੋਰ ਇਸ ਸਰੀਰ ਨੂੰ ਸੋਹਣਾ ਦਿਖਾਉਣ ਦੇ ਵਿੱਚ ਲੱਗਿਆ ਹੈ, ਸੋਹਣਾ ਬਣਾਉਣ ਦੇ ਵਿੱਚ ਨਹੀਂ ਲੱਗਿਆ, ਤੇ ਦੋਹਾਂ ਦੇ ਵਿੱਚ ਫਰਕ ਬੜਾ ਹੈ। ਜੇ ਸਰੀਰ ਨੂੰ ਸੋਹਣਾ ਬਣਾਉਣਾ ਹੈ ਤੇ ਇਹਦੇ ਅੰਦਰ ਅਸੀਂ ਜੋ ਪਾਉਂਦੇ ਹਾਂ, ਭਾਵ ਜੋ ਅਸੀਂ ਖਾਂਦੇ ਹਾਂ, ਉਹਦੇ ਵੱਲ ਧਿਆਨ ਦੇਣਾ ਪਵੇਗਾ। ਤੇ ਜੇ ਸੋਹਣਾ ਦਿਖਾਉਣਾ ਹੈ ਤਾਂ ਇਹਦੇ ਉੱਪਰ ਅਸੀਂ ਕੀ ਪਹਿਨਦੇ ਹਾਂ, ਕੀ ਲਾਉਂਦੇ ਹਾਂ, ਉਹਦੇ ਵੱਲ ਧਿਆਨ ਦੇਣਾ ਪਵੇਗਾ। ਤੇ ਮੇਰਾ ਖਿਆਲ ਹੈ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅੱਜ ਮਨੁੱਖ ਦਾ ਬਹੁਤਾ ਧਿਆਨ ਬਾਹਰੀ ਦਿੱਖ 'ਤੇ ਹੈ ਕਿ ਉਹ ਕੀ ਪਾਉਂਦਾ ਹੈ, ਸੋਹਣੇ ਤੋਂ ਸੋਹਣੇ ਕੱਪੜੇ ਪਾਉਣ 'ਤੇ ਹੈ, ਕਿ ਉਹ ਕੀ ਲਾਉਂਦਾ ਹੈ, ਵੱਖ-ਵੱਖ ਤਰ੍ਹਾਂ ਦੀਆਂ ਕਰੀਮਾਂ, ਪਾਊਡਰ, ਤੇਲ ਤੇ ਹੋਰ ਪਦਾਰਥ ਸਰੀਰ ਦੇ ਉੱਪਰ ਲਾਉਣ 'ਤੇ ਧਿਆਨ ਹੈ। ਤੇ ਜਿੱਥੇ ਧਿਆਨ ਹੋਣਾ ਚਾਹੀਦਾ ਹੈ ਕਿ ਸਰੀਰ ਦੇ ਅੰਦਰ ਕੀ ਪਾਉਣਾ ਹੈ, ਉੱਥੋਂ ਧਿਆਨ ਬਹੁਤ ਜ਼ਿਆਦਾ ਹਟ ਚੁੱਕਿਆ। ਅੱਜ ਅਸੀਂ ਚਾਹੁੰਦੇ ਹਾਂ ਕਿ ਖਾਣਾ ਬਣਾਉਣਾ ਨਾ ਪਵੇ, ਬਣਿਆ ਬਣਾਇਆ ਬਾਜ਼ਾਰ 'ਚੋਂ ਮਿਲ ਜਾਵੇ ਤੇ ਬਸ ਛਕ ਲਈਏ। ਭੋਜਨਾਂ ਦੇ ਵਿੱਚੋਂ ਸਾਦਾਪਨ ਖਤਮ ਹੋ ਚੁੱਕਿਆ। ਤਰ੍ਹਾਂ ਤਰ੍ਹਾਂ ਦੇ ਮਸਾਲੇ ਪਾ ਕੇ ਉਹਨੂੰ ਹੋਰ ਤੋਂ ਹੋਰ ਸਵਾਦ ਬਣਾਉਣ 'ਤੇ ਜ਼ੋਰ ਹੈ, ਤੇ ਇਹ ਮਸਾਲੇ ਸਿਹਤ ਦੇ ਲਈ ਕੋਈ ਚੰਗੇ ਤੇ ਨਹੀਂ, ਇਸ ਦੇਹ ਨੂੰ ਪਾਲਣ ਦੇ ਵਿੱਚ ਸਹਾਇਤਾ ਤੇ ਨਹੀਂ ਕਰਦੇ। ਫਲ ਅਤੇ ਸਬਜ਼ੀਆਂ, ਜਿਨ੍ਹਾਂ ਦੇ ਵਿੱਚੋਂ ਕਿ ਇਸ ਸਰੀਰ ਦੀ ਪਾਲਣਾ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਵਿਟਾਮਿਨਸ ਤੇ ਮਿਨਰਲਸ ਮਿਲਣੇ ਨੇ, ਉਹ ਕੋਈ ਖਾ ਕੇ ਰਾਜ਼ੀ ਨਹੀਂ, ਕਿਉਂਕਿ ਉਹ ਸਵਾਦ ਘੱਟ ਲੱਗਦੇ ਨੇ। ਹਾਲਾਂਕਿ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਕਿ ਫਲਾਂ ਅਤੇ ਸਬਜ਼ੀਆਂ ਦੇ ਵਿੱਚ ਸਵਾਦ ਹੈ ਕੀ ਨਹੀਂ। ਜੋ ਮਰਜ਼ੀ ਚੱਕ ਲਈਏ, ਸਵਾਦ ਹੀ ਸਵਾਦ ਹੈ। ਕਿਸੇ ਪ੍ਰਕਾਰ ਦਾ ਉਹਦੇ 'ਤੇ ਕੋਈ ਮਸਾਲਾ ਵੀ ਲਾਉਣ ਦੀ ਲੋੜ ਨਹੀਂ, ਕੋਈ ਹੋਰ ਚੀਜ਼ ਉਹਦੇ ਵਿੱਚ ਪਾਉਣ ਦੀ ਵੀ ਲੋੜ ਨਹੀਂ। ਕੁਦਰਤ ਤੋਂ ਜਿਵੇਂ ਸਾਨੂੰ ਫਰੂਟ ਅਤੇ ਸਬਜ਼ੀਆਂ ਮਿਲੇ ਨੇ, ਅਸੀਂ ਉਵੇਂ ਖਾ ਸਕਦੇ ਹਾਂ। ਪਰ ਪ੍ਰਮਾਤਮਾ ਨੇ ਮਨੁੱਖ ਦੀ ਅਕਲ ਦੇ ਉੱਪਰ ਪਰਦਾ ਪਾਇਆ ਹੋਇਆ ਹੈ, ਜਿਸ ਪਰਦੇ ਨੂੰ ਕਿ ਉਹ ਪ੍ਰਮਾਤਮਾ ਹੀ ਚੱਕ ਸਕਦਾ ਹੈ। ਜਦ ਤੱਕ ਇਹ ਪਰਦਾ ਪਿਆ ਹੈ, ਮਨੁੱਖ ਸਰੀਰ ਦੀ ਪਾਲਣਾ ਤੋਂ ਦੂਰ ਜਾਂਦਾ ਰਹੇਗਾ, ਤੇ ਇਹਦੇ ਨਤੀਜੇ ਜੋ ਹੁਣ ਵੀ ਭੁਗਤ ਰਹੇ ਹਾਂ, ਨਤੀਜੇ ਵਜੋਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾਏਗਾ। ਅੱਜ ਤੋਂ ਕੁਝ ਸੈਂਕੜੇ ਸਾਲ ਪਹਿਲਾਂ ਚੱਲ ਜਾਈਏ ਤੇ ਬਿਮਾਰੀਆਂ ਉਂਝ ਦੀਆਂ ਹੁੰਦੀਆਂ ਸਨ ਕਿ ਕੋਈ ਬਾਹਰੀ
ਚੀਜ਼ ਨੇ ਤੁਹਾਡੇ ਸਰੀਰ ਦੇ ਉੱਪਰ ਅਟੈਕ ਕੀਤਾ, ਭਾਵੇਂ ਉਹ ਕੋਈ ਵਾਇਰਸ ਹੋਵੇ, ਕੋਈ ਬੈਕਟੀਰੀਆ ਹੋਵੇ, ਕੋਈ ਫੰਗੀ ਹੋਵੇ, ਅਜੋਕੀਆਂ ਬਿਮਾਰੀਆਂ ਸਰੀਰ ਦੇ ਅੰਦਰੋਂ ਹੀ ਉਤਪੰਨ ਹੋ ਰਹੀਆਂ ਨੇ। ਹਾਰਟ ਦੀ ਬਿਮਾਰੀ ਹੈ, ਡਾਇਬਟੀਜ਼ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਕੈਂਸਰ ਵਰਗੇ ਰੋਗ ਸਰੀਰ ਦੇ ਅੰਦਰੋਂ ਹੀ ਪੈਦਾ ਹੋ ਰਹੇ ਨੇ, ਕਿਉਂਕਿ ਸਰੀਰ ਨੂੰ ਆਪਣੇ ਆਪ ਨੂੰ ਰਿਪੇਅਰ ਕਰਨ ਦੇ ਲਈ ਜੋ ਤੱਤ ਚਾਹੀਦੇ ਨੇ ਉਹ ਕੁਦਰਤੀ ਭੋਜਨ 'ਚੋਂ ਮਿਲਣੇ ਨੇ। ਤੇ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਕੁਦਰਤੀ ਭੋਜਨ ਕੋਈ ਖਾ ਕੇ ਰਾਜ਼ੀ ਨਹੀਂ ਤੇ ਫਿਰ ਬਿਮਾਰੀਆਂ ਦੇ ਸ਼ਿਕਾਰ ਤੇ ਹੋਣਾ ਹੀ ਹੋਇਆ। ਹੁਣ ਤੱਕ ਜੇਕਰ ਤੁਸੀਂ ਆਪਣੇ ਸਰੀਰ ਨੂੰ ਨਜ਼ਰਅੰਦਾਜ਼ ਕੀਤਾ ਵੀ ਹੈ ਤਾਂ ਗੁਰੂ ਸਾਹਿਬ ਦੀ ਗੱਲ ਹੀ ਮੰਨ ਲਈਏ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਜਿਸ ਦੇਹ ਦੇ ਨਾਲ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਨਾ, ਉਹਦੀ ਪਾਲਣਾ ਕਰੀਏ। ਪੌੜੀ ਆਪੇ 68 ਤੀਰਥ ਕਰਤਾ, ਆਪ ਕਰੇ ਇਸ਼ਨਾਨ, ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਹੈ ਨਾਮ। ਪ੍ਰਭੂ ਆਪ ਹੀ 68 ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ ਉਹਨਾਂ ਤੀਰਥਾਂ 'ਤੇ ਇਸ਼ਨਾਨ ਕਰਦਾ ਹੈ। ਤੀਰਥਾਂ ਦਾ ਕਰਨ ਵਾਲਾ ਤੋਂ ਭਾਵ ਕਿ ਉਸ ਪਰਮਾਤਮਾ ਨੇ ਇਹ 68 ਤੀਰਥ ਆਪ ਹੀ ਬਣਾਏ ਨੇ ਤੇ ਆਪ ਹੀ ਉਹ ਪਰਮਾਤਮਾ ਇਹਨਾਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਦਾ ਹੈ। ਮਾਲਕ ਆਪ ਹੀ ਜੁਗਤੀ ਵਿੱਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਹੈ ਨਾਮ। ਆਪ ਦਇਆਲ ਹੋਏ ਭਉ ਖੰਡਨ, ਆਪ ਕਰੈ ਸਭ ਦਾਨ, ਜਿਸਨੂੰ ਗੁਰਮੁਖ ਆਪ 부ਝਾਏ, ਸੋ ਸਦ ਹੀ ਦਰਗਹਿ ਪਾਏ ਮਾਨ। ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ, ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਦੇ ਰਾਹੀਂ ਸਮਝ ਬਖਸ਼ਦਾ ਹੈ, ਉਹ ਸਦਾ ਹੀ ਦਰਗਾਹ ਵਿੱਚ ਆਦਰ ਪਾਉਂਦਾ ਹੈ। ਜਿਸ ਦੀ ਪੈਜ ਰੱਖੈ ਹਰਿ ਸੁਆਮੀ, ਸੋ ਸੱਚਾ ਹਰਿ ਜਾਨ। ਜਿਸ ਦੀ ਲਾਜ ਉਹ ਪ੍ਰਮਾਤਮਾ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ, ਰੱਬ ਦਾ ਹੀ ਰੂਪ ਹੈ। ਸ਼ਲੋਕ ਮਹਿਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸ਼ਬਦਹਿ ਸਿਉ ਚਿਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਹੇ ਨਾਨਕ, ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ, ਜਿਸ ਕਰਕੇ ਹਿਰਦੇ ਵਿੱਚ ਸੁਖ ਆ ਵਸੇ। ਤਾਮਸ ਲੱਗਾ ਸਦਾ ਫਿਰੈ, ਅਹਨਿਸ ਜਲਤ ਬਿਹਾਏ, ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛ ਨਾ ਜਾਏ। ਤਮੋ ਗੁਣ ਵਿੱਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ, ਦਿਨ ਰਾਤ ਤਮੋ ਗੁਣ ਵਿੱਚ ਸੜਦਿਆਂ ਉਸ ਦੀ ਉਮਰ ਗੁਜ਼ਰਦੀ ਹੈ। ਇਸ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ। ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋਈ ਹੁੰਦਾ ਹੈ। ਜੇ ਮਨੁੱਖ ਤਮੋ ਗੁਣ ਦੇ ਵਿੱਚ ਵਿਅਸਤ ਹੈ ਤੇ ਉਸ ਪਰਮਾਤਮਾ ਦੀ ਰਜ਼ਾ ਕਰਕੇ ਹੀ ਹੈ। ਮਹਿਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ, ਗੁਰੂ ਦੁਆਰੈ ਹੋਏ ਕੈ, ਸਾਹਿਬ ਸੰਭਾਲੇ ਹੋ। ਸਤਿਗੁਰੂ ਨੇ ਹੁਕਮ ਦਿੱਤਾ ਹੈ, ਭਰਮ ਦਾ ਛੌੜ ਕੱਟਣ ਲਈ ਇਹ ਕਾਰ ਭਾਵ ਇਲਾਜ ਕਰੋ। ਸਤਿਗੁਰੂ ਫਰਮਾਇਆ, ਕਾਰੀ ਇਹ ਕਰੇ ਹੋ। ਕੀ ਕਾਰ ਕਰਨੀ ਹੈ? ਗੁਰੂ ਦੁਆਰਾ ਹੋਏ ਕੈ, ਸਾਹਿਬ ਸੰਭਾਲੇ ਹੋ। ਗੁਰੂ ਦੇ ਦਰ 'ਤੇ ਜਾ ਕੇ, ਗੁਰੂ ਦੀ ਚਰਨੀ ਲੱਗ ਕੇ ਉਸ ਮਾਲਕ ਨੂੰ ਯਾਦ ਕਰੋ।
ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਛੌੜ ਕਟ ਕੈ, ਅੰਤਰ ਜੋਤ ਧਰੇ ਹੋ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ। ਗੁਰੂ ਦੁਆਰੇ ਹੋਏ ਕੈ ਸਾਹਿਬ ਸਮਾ ਲੇਹੋ, ਕਿ ਗੁਰੂ ਦੇ ਦਰ ਤੇ ਜਾ ਕੇ ਮਾਲਕ ਨੂੰ ਯਾਦ ਕਰੋ। ਸਾਹਿਬ ਸਦਾ ਹਜੂਰ ਹੈ, ਉਹ ਮਾਲਕ ਜੋ ਸਦਾ ਹੀ ਸਾਡੇ ਅੰਗ ਸੰਗ ਹੈ। ਅੱਖਾਂ ਅੱਗੋਂ ਭਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਵਿੱਚ ਉਸ ਦੀ ਜੋਤ ਟਿਕਾਓ। ਹਰੀ ਦਾ ਨਾਮ ਅਮਰ ਕਰਨ ਵਾਲਾ ਹੈ, ਇਹ ਦਾਰੂ ਵਰਤੋ। ਸਤਿਗੁਰ ਕਾ ਭਾਣਾ ਚਿਤ ਰੱਖੋ, ਸੰਜਮ ਸੱਚਾ ਨੇਹ। ਨਾਨਕ ਐਥੈ ਸੁਖ ਹੈ ਅੰਦਰ ਰਖਸੀ, ਅੱਗੇ ਹਰਿ ਸਿਉ ਕੇਲ ਕਰੇਹੋ। ਸਤਿਗੁਰੂ ਦਾ ਭਾਣਾ ਮੰਨਣਾ ਚਿੱਤ ਵਿੱਚ ਰੱਖੋ, ਹਮੇਸ਼ਾ ਚੇਤੇ ਵਿੱਚ ਰੱਖੋ, ਹਮੇਸ਼ਾ ਯਾਦ ਰੱਖੋ ਕਿ ਅਸੀਂ ਸਤਿਗੁਰੂ ਦਾ ਭਾਣਾ ਮੰਨਣਾ ਹੈ। ਜਿੱਦਾਂ ਦੇ ਵੀ ਹਾਲਾਤ ਉਸ ਪ੍ਰਮਾਤਮਾ ਨੇ ਸਾਡੇ ਜੀਵਨ ਦੇ ਵਿੱਚ ਪੈਦਾ ਕਰ ਦਿੱਤੇ ਨੇ, ਉਹਦਾ ਭਾਣਾ ਸਮਝ ਕੇ ਅਸੀਂ ਉਹਨਾਂ ਨੂੰ ਮੰਨ ਲੈਣਾ ਹੈ, ਐਕਸੈਪਟ ਕਰ ਲੈਣਾ ਹੈ। ਜੇ ਉਹਨਾਂ ਹਾਲਾਤਾਂ ਨੂੰ ਚੇਂਜ ਕਰ ਸਕਦੇ ਹੋਏ, ਬਦਲ ਸਕਦੇ ਹੋਏ, ਤੇ ਪ੍ਰਮਾਤਮਾ ਸਾਨੂੰ ਉਹਨਾਂ ਨੂੰ ਬਦਲਣ ਵਾਸਤੇ ਲੋੜੀਂਦੀ ਸੋਝੀ ਵੀ ਆਪ ਹੀ ਬਖਸ਼ੇਗਾ। ਉਸ ਸੋਝੀ ਨੂੰ ਵਰਤਣ ਦੀ ਹਿੰਮਤ ਵੀ ਆਪ ਬਖਸ਼ੇਗਾ। ਪਰ ਕਈ ਵਾਰ ਹਾਲਾਤ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਬਦਲਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਉਹ ਪ੍ਰਮਾਤਮਾ ਉਹਨਾਂ ਨੂੰ ਬਦਲਣ ਦੇ ਲਈ ਤੁਹਾਨੂੰ ਕੋਈ ਸੋਝੀ, ਕੋਈ ਆਈਡੀਆ ਨਹੀਂ ਦੇਵੇਗਾ। ਉਸ ਆਈਡੀਆ ਦੇ ਉੱਤੇ ਕੰਮ ਕਰਨ ਦੇ ਲਈ ਹਿੰਮਤ ਤੇ ਬਾਅਦ ਦੀ ਗੱਲ ਹੈ। ਸੋ ਅਜਿਹੇ ਹਾਲਾਤ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਉਸ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਸਕਦੇ ਹਾਂ। ਇਹ ਹਾਲਾਤ ਕਦੋਂ ਸਾਡੇ ਜੀਵਨ 'ਚ ਪੈਦਾ ਹੋ ਜਾਣ ਕੁਝ ਨਹੀਂ ਪਤਾ। ਇਸ ਕਰਕੇ ਸਤਿਗੁਰ ਕਾ ਭਾਣਾ ਚਿੱਤ ਰੱਖੋ, ਸਦਾ ਚੇਤੇ 'ਚ ਰੱਖੋ। ਸੰਜਮ ਸੱਚਾ ਨੇਹ, ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ। ਹੇ ਨਾਨਕ, ਇਹ ਦਾਰੂ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪ੍ਰਲੋਕ ਵਿੱਚ ਹਰੀ ਨਾਲ ਰਲੀਆਂ ਮਾਣੋਗੇ। ਪੌੜੀ ਆਪੇ ਭਾਰ 18 ਬਨਸਪਤ, ਆਪੇ ਹੀ ਫਲ ਲਾਏ। ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹ ਪਾਏ। ਪ੍ਰਭੂ ਆਪ ਹੀ ਵਨਸਪਤੀ ਦੇ 18 ਭਾਰ ਹੈ, ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਉਹ ਪ੍ਰਮਾਤਮਾ ਆਪ ਹੀ ਹੈ। ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ, ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਿਵਾਏ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਿਆ ਸਮਾਏ। ਪ੍ਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦਿੰਦਾ ਹੈ, ਆਪ ਹੀ ਦਬਾਉਂਦਾ ਹੈ। ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ। ਸਭ ਹੀ ਥਾਈਂ ਉਹ ਪ੍ਰਮਾਤਮਾ ਆਪ ਹੀ ਵਿਆਪਕ ਹੈ। ਜਨ ਨਾਨਕ ਵਡਿਆਈ ਆਖੈ, ਹਰ ਕਰਤੇ ਕੀ। ਜਿਸਨੂੰ ਤਿਲ ਨਾ ਤਮਾਏ। ਹੇ ਨਾਨਕ, ਕੋਈ ਵਿਰਲਾ ਸੇਵਕ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਵੀ ਰਤਾ ਮਾਤਰ ਵੀ ਕੋਈ ਤਮਾ ਨਹੀਂ। ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦੇ ਹੋਏ ਵੀ ਉਸ ਪਰਮਾਤਮਾ ਦੇ ਵਿੱਚ ਕੋਈ ਤਮਾ ਨਹੀਂ ਹੈ। ਸ਼ਲੋਕ ਮਹਿਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਇਸ ਸ਼ਬਦ ਦੇ ਵਿੱਚ ਸ਼ਰਾਬ ਦੀ ਗੱਲ ਹੋ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ,
ਜੋ ਮਨੁੱਖ ਵਿਕਾਰਾਂ ਨਾਲ ਲਿਬੜਿਆ ਹੋਇਆ ਇੱਥੇ ਜਗਤ ਵਿੱਚ ਲਿਆਂਦਾ ਗਿਆ, ਉਹ ਇੱਥੇ ਆ ਕੇ ਹੋਰ ਵਿਕਾਰਾਂ ਵਿੱਚ ਹੀ ਲਿਬੜਦਾ ਹੈ ਤੇ ਸ਼ਰਾਬ ਆਦਿਕ ਕੁਕਰਮ ਵਿੱਚ ਪੈਂਦਾ ਹੈ। ਕੁਝ ਦਿਨ ਪਹਿਲਾਂ ਹੀ ਆਪਾਂ ਲਗਭਗ ਇਸੇ ਵਿਸ਼ੇ ਦੇ ਉੱਪਰ, ਸ਼ਰਾਬ ਦੇ ਨਹੀਂ ਬਟ ਵਿਕਾਰਾਂ ਨਾਲ ਲਿਬੜਿਆ ਹੋਇਆ ਜਗਤ ਦੇ ਵਿੱਚ ਆਉਣਾ, ਇਸ ਵਿਸ਼ੇ ਦੇ ਉੱਪਰ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਸੀ। ਜਦੋਂ ਆਪਾਂ ਜੀਨਸ ਦੀ ਗੱਲ ਕੀਤੀ ਸੀ ਕਿ ਹਰ ਇੱਕ ਮਨੁੱਖ ਇੱਕ ਜੈਨੇਟਿਕ ਸਕ੍ਰਿਪਟ ਲੈ ਕੇ ਪੈਦਾ ਹੁੰਦਾ ਹੈ, ਉਹਦਾ ਜੀਵਨ ਕਿੱਦਾਂ ਦਾ ਜਾਏਗਾ ਇਹ ਕਾਫੀ ਹੱਦ ਤੱਕ ਉਸ ਜੈਨੇਟਿਕ ਸਕ੍ਰਿਪਟ ਦੇ ਉੱਪਰ ਨਿਰਭਰ ਕਰਦਾ ਹੈ। ਆਪਾਂ ਗੁਰਮੁਖਤਾ ਦੀ ਤੇ ਮਨਮੁਖਤਾ ਦੀ ਗੱਲ ਕੀਤੀ ਸੀ ਕਿ ਜੇ ਉਹ ਸਕ੍ਰਿਪਟ ਹੀ ਮਨਮੁਖਤਾ ਵਾਲੀ ਲੈ ਕੇ ਪੈਦਾ ਹੋਇਆ ਹੈ, ਉਹਦਾ ਕਾਰਨ ਹੋਏਗਾ ਕਿ ਉਹਦੇ ਮਾਂ ਤੇ ਬਾਪ ਮਨਮੁਖ ਸਨ। ਉਹਦੇ ਪੈਦਾ ਹੁੰਦੇ ਹੀ ਮਾਂ-ਬਾਪ ਦੇ ਵਿੱਚ ਕੋਈ ਅਚਨਚੇਤ ਤਬਦੀਲੀ ਤੇ ਨਹੀਂ ਆ ਜਾਣੀ, ਸੋ ਉਹਨੂੰ ਮਾਹੌਲ ਵੀ ਫਿਰ ਮਨਮੁਖਤਾ ਵਾਲਾ ਮਿਲੇਗਾ। ਇਹ ਗੱਲਬਾਤ ਆਪਾਂ ਕੀਤੀ ਸੀ ਤੇ ਫਿਰ ਅੱਗੇ ਉਹਦਾ ਸਾਰਾ ਜੀਵਨ ਉਸੇ ਪਟੜੀ ਤੇ ਚੱਲਦਾ ਜਾਏਗਾ। ਗੁਰੂ ਸਾਹਿਬ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਕਿ ਜੋ ਮਨੁੱਖ ਵਿਕਾਰਾਂ ਨਾਲ ਲਿਬੜਿਆ ਹੋਇਆ ਜਗਤ ਵਿੱਚ ਲਿਆਂਦਾ ਗਿਆ, ਜਾਣੀ ਕਿ ਜਨਮਿਆ, ਉਹ ਇੱਥੇ ਆ ਕੇ ਹੋਰ ਵਿਕਾਰਾਂ ਵਿੱਚ ਹੀ ਲਿਬੜਦਾ ਹੈ। ਕਿਉਂਕਿ ਉਹ ਵਿਕਾਰਾਂ ਦਾ ਭਰਿਆ ਸੰਸਾਰ 'ਚ ਆਇਆ ਤਾਂ ਉਹਦੀ ਪਸੰਦ ਨਾ ਪਸੰਦ ਜਿਹੜੀ ਆ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਇਨਫਲੂਐਂਸ ਹੋਏਗੀ। ਉਹਨੂੰ ਫਿਰ ਉੱਦਾਂ ਦੀਆਂ ਹੀ ਚੀਜ਼ਾਂ ਬੜੀ ਛੋਟੀ ਉਮਰ ਤੋਂ ਚੰਗੀਆਂ ਲੱਗਣਗੀਆਂ ਜਿਹੜੀਆਂ ਉਹਦੇ ਵਿਕਾਰਾਂ ਨੂੰ ਵਧਾਵਾ ਦੇਣ। ਜਿੱਦਾਂ ਦੀ ਸਾਡੀ ਅੰਦਰਲੀ ਸੋਚ ਹੁੰਦੀ ਹੈ ਜਗਤ ਦੇ ਵਿੱਚ ਸਾਨੂੰ ਉੱਦਾਂ ਦੇ ਵਰਤਾਰੇ ਚੰਗੇ ਲੱਗਦੇ ਨੇ। ਅਸੀਂ ਵੱਡੇ ਹੋ ਗਏ ਹਾਂ ਤਾਂ ਇਸ ਗੱਲ ਨੂੰ ਸਮਝ ਪਾਉਂਦੇ ਹਾਂ। ਬੱਚੇ ਨੂੰ ਬੇਸ਼ੱਕ ਇਸ ਗੱਲ ਦੀ ਸਮਝ ਨਹੀਂ ਹੁੰਦੀ, ਪਰ ਉਹਨੂੰ ਕੀ ਪਸੰਦ ਆਉਂਦਾ ਕੀ ਨਹੀਂ, ਇਹ ਬਹੁਤ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰਦਾ ਕਿ ਉਹ ਕਿੱਦਾਂ ਦੀ ਸੋਚ ਲੈ ਕੇ ਪੈਦਾ ਹੋਇਆ। ਹਾਂ, ਜਿਹੜੀ ਮਹੱਤਵਪੂਰਨ ਗੱਲ ਚੇਤੇ 'ਚ ਰੱਖਣ ਵਾਲੀ ਹੈ ਉਹ ਇਹ ਕਿ ਜੇਕਰ ਕੋਈ ਵਿਕਾਰਾਂ ਨੂੰ ਲੈ ਕੇ ਪੈਦਾ ਹੋਇਆ, ਉਹਦੀ ਟੈਂਡੈਂਸੀ ਜ਼ਰੂਰ ਹੈ ਕਿ ਉਹ ਹੋਰ ਵਿਕਾਰੀ ਹੋਵੇਗਾ, ਪਰ ਜ਼ਰੂਰੀ ਨਹੀਂ ਹੈ ਕਿ ਉਹ ਹੋਰ ਵਿਕਾਰੀ ਹੀ ਹੋਵੇਗਾ। ਉਹਦੇ ਵਿਕਾਰਾਂ ਨੂੰ ਕੱਟਿਆ ਵੀ ਜਾ ਸਕਦਾ ਹੈ ਜੇਕਰ ਉਹਨੂੰ ਸਹੀ ਮਾਹੌਲ ਦਿੱਤਾ ਜਾਵੇ। ਅਤੇ ਆਪਾਂ ਫਿਰ ਕਵਾਂਗੇ ਕਿ ਆਪਣੇ ਬੱਚਿਆਂ ਦੇ ਲਈ ਅਸੀਂ ਘਰ ਦੇ ਵਿੱਚ ਇੱਕ ਚੰਗਾ ਮਾਹੌਲ ਤਿਆਰ ਕਰੀਏ ਜੋ ਵਿਕਾਰਾਂ ਤੋਂ ਮੁਕਤ ਹੋਵੇ। ਇਸ ਸ਼ਬਦ ਦੇ ਵਿੱਚ ਸ਼ਰਾਬ ਦੀ ਗੱਲ ਕੀਤੀ ਹੈ ਅਤੇ ਅਸੀਂ ਇਹ ਵੀ ਕਵਾਂਗੇ ਕਿ ਘਰ ਦੇ ਵਿੱਚੋਂ ਸ਼ਰਾਬ ਵੀ ਖਤਮ ਹੋਣੀ ਚਾਹੀਦੀ ਹੈ। ਵਿਕਾਰਾਂ ਦੇ ਨਾਲ ਨਾਲ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਵੀ ਸਾਡਾ ਜਿਹੜਾ ਘਰ ਹੈ, ਬੱਚੇ ਦਾ ਜੋ ਵਾਤਾਵਰਨ ਹੈ, ਉਹ ਮੁਕਤ ਹੋਵੇ। ਜੇਕਰ ਤੁਹਾਡੇ ਬੱਚੇ ਥੋੜ੍ਹੇ ਵੱਡੇ ਹੋ ਗਏ ਨੇ, ਜਦੋਂ ਉਹਨਾਂ ਦਾ ਜਨਮ ਹੋਇਆ ਤੁਸੀਂ ਗੁਰਬਾਣੀ ਨਾਲ ਨਹੀਂ ਸੀ ਜੁੜੇ, ਅੱਜ ਜੁੜੇ ਹੋਏ, ਚਲੋ ਉਹ ਕੁਝ ਸਮਾਂ ਮਿਸ ਹੋ ਗਿਆ, ਉਹਨਾਂ ਦੇ ਜੀਵਨ ਦਾ ਸ਼ੁਰੂਆਤੀ ਸਮਾਂ ਜਦੋਂ ਤੁਸੀਂ ਗੁਰਬਾਣੀ ਨਾਲ ਨਹੀਂ ਸੀ ਜੁੜੇ, ਪਰ ਹੁਣ ਜੁੜੇ ਹੋ। ਅਤੇ ਹੁਣ ਜਿਹੜਾ ਘਰ ਦਾ ਮਾਹੌਲ ਹੈ, ਹੁਣ ਵੀ ਜੇਕਰ ਅਸੀਂ ਉਹਨੂੰ ਗੁਰਮੁਖਤਾ ਵਾਲਾ ਬਣਾ ਲਈਏ, ਉਹਦਾ ਅਸਰ ਸਾਡੇ ਬੱਚਿਆਂ 'ਤੇ ਜ਼ਰੂਰ ਹੋਏਗਾ। ਜੇ ਉਹਨਾਂ ਦੇ ਮਨਾਂ ਦੇ ਵਿੱਚ ਕੁਝ ਵਿਕਾਰੀ ਸੋਚ ਪਨਪ ਵੀ ਗਈ ਹੈ, ਠੀਕ ਹੋ ਜਾਏਗੀ। ਉਹ ਵਿਕਾਰੀ ਸੋਚ ਉਹਨਾਂ ਦੇ ਅੰਦਰੋਂ ਖਤਮ ਹੋ ਜਾਏਗੀ ਜੇ ਹੁਣ ਵੀ ਅਸੀਂ ਗੁਰਬਾਣੀ ਵਾਲਾ ਮਾਹੌਲ ਘਰ ਵਿੱਚ ਬਣਾ ਲਈ। ਕਹਿਣ ਤੋਂ ਭਾਵ ਹੈ ਕਿ ਇਟਸ ਨੈਵਰ ਟੂ ਲੇਟ। ਜਿਵੇਂ ਕਹਿੰਦੇ ਹਾਂ ਕਿ ਕਦੇ ਵੀ ਬਹੁਤੀ ਦੇਰ ਨਹੀਂ ਹੁੰਦੀ। ਕੋਈ ਜੇ ਬਦਲਾਅ ਕਰਨਾ ਹੋਵੇ, ਜਦੋਂ ਹੀ ਪ੍ਰਮਾਤਮਾ ਨੇ ਸਾਨੂੰ ਬਦਲਾਅ ਕਰਨ ਦੀ ਸਮਝ ਦਿੱਤੀ, ਉਦੋਂ ਹੀ ਕਰ ਲੈਣਾ ਚਾਹੀਦਾ। ਸੋ ਅਸੀਂ ਹੁਣ ਕਰ ਲਈਏ, ਜੇ ਪਹਿਲਾਂ ਸਮਾਂ ਕੁਝ ਖੁੰਝ ਵੀ ਗਿਆ ਤਾਂ। ਅੱਗੇ ਚੱਲੀਏ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਜਿੱਤ ਪੀਤੈ, ਸ਼ਰਾਬ ਦੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ ਕਿ ਜਿਹਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ। ਵਿਗਿਆਨ ਨੇ ਦਿਮਾਗ ਦੀਆਂ ਗਹਿਰਾਈਆਂ ਦੇ ਵਿੱਚ ਜਾ ਕੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਯੰਤਰਾਂ ਦਾ ਇਸਤੇਮਾਲ ਕਰਕੇ ਸਾਨੂੰ ਵਿਗਿਆਨਕ ਜਾਣਕਾਰੀ ਦਿੱਤੀ ਹੈ ਕਿ ਜਦੋਂ ਅਸੀਂ ਸ਼ਰਾਬ ਦੇ ਨਸ਼ੇ ਵਿੱਚ ਹੁੰਦੇ ਹਾਂ ਤਾਂ ਸਾਡੇ ਦਿਮਾਗ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਪ੍ਰੀ ਫਰੰਟਲ ਕੋਰਟੈਕਸ, ਜਿਹੜਾ ਕਿ ਸਾਡੇ ਫੈਸਲੇ ਲੈਣ ਦੇ ਵਿੱਚ ਸਾਡੀ ਸਹਾਇਤਾ ਕਰਦਾ। ਅਸੀਂ ਜੋ ਵੀ ਫੈਸਲੇ ਸੋਚ ਸਮਝ ਕੇ ਲੈਂਦੇ ਹਾਂ, ਉਹ ਇਸ ਪ੍ਰੀ ਫਰੰਟਲ ਕੋਰਟੈਕਸ ਕਰਕੇ ਲੈਂਦੇ ਹਾਂ। ਅਤੇ ਜਦੋਂ ਅਸੀਂ ਅਲਕੋਹਲ ਦੇ ਪ੍ਰਭਾਵ ਅਧੀਨ ਹੋਈਏ
ਤੇ ਤੁਸੀਂ ਇਹ ਕਹਿ ਲਵੋ ਕਿ ਇੱਕ ਤਰ੍ਹਾਂ ਨਾਲ ਇਹ ਪ੍ਰੀ ਫਰੰਟਲ ਕਾਰਟੈਕਸ ਹੈ ਜਿਹੜਾ ਇਹ ਕੱਟ ਆਫ ਹੋ ਜਾਂਦਾ ਹੈ। ਦਿਮਾਗ ਦੇ ਬਾਕੀ ਹਿੱਸੇ ਜਿਹੜੇ ਨੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦੇ ਨੇ ਤੇ ਪ੍ਰੀ ਫਰੰਟਲ ਕਾਰਟੈਕਸ ਨੂੰ ਦਬਾ ਦਿੰਦੇ ਨੇ। ਇਹੀ ਕਾਰਨ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦਾ ਅਵਾ ਤਵਾ ਵੀ ਬੋਲਦਾ ਤੇ ਬਹੁਤੀ ਵਾਰ ਉਹ ਸੱਚ ਵੀ ਬੋਲ ਜਾਂਦਾ, ਕਿਉਂਕਿ ਇਹ ਪ੍ਰੀ ਫਰੰਟਲ ਕਾਰਟੈਕਸ ਹੀ ਹੈ ਜਿਹੜਾ ਉਹਨੂੰ ਦੱਸਦਾ ਹੈ ਕਿ ਕਿਸ ਸਿਚੁਏਸ਼ਨ ਦੇ ਵਿੱਚ ਕੀ ਬੋਲਣਾ ਹੈ। ਤੇ ਜਦੋਂ ਇਹੀ ਸ਼ਟ ਆਫ ਹੋ ਗਿਆ, ਕੱਟ ਆਫ ਹੋ ਗਿਆ, ਤਾਂ ਉਹ ਕੰਟਰੋਲ ਖੁੱਸ ਗਿਆ। ਫਿਰ ਉਹ ਬੰਦਾ ਜੋ ਅੰਦਰ ਹੁੰਦਾ ਉਹਨੂੰ ਬੋਲ ਦਿੰਦਾ ਹੈ। ਇਸੇ ਕਰਕੇ ਕਹਿੰਦੇ ਨੇ ਕਿ ਸ਼ਰਾਬੀ ਬੰਦਾ ਕਦੇ ਝੂਠ ਨਹੀਂ ਬੋਲਦਾ, ਬੋਲ ਹੀ ਨਹੀਂ ਪਾਉਂਦਾ। ਉਹ ਦਿਮਾਗ ਦੇ ਜਿਹੜੇ ਹਿੱਸੇ ਨੇ ਝੂਠ ਬੁਲਵਾਉਣਾ ਉਹ ਤੇ ਸ਼ਰਾਬ ਬੰਦ ਕਰ ਦਿੰਦੀ ਹੈ। ਜੋ ਅਸੀਂ ਦੱਸਣਾ ਚਾਹੁੰਦੇ ਸੀ ਉਹ ਇਹ ਕਿ ਵਿਗਿਆਨ ਨੇ ਸਾਨੂੰ ਵਿਗਿਆਨਕ ਜਾਣਕਾਰੀ ਦਿੱਤੀ ਹੈ ਤੇ ਗੁਰੂ ਸਾਹਿਬ ਨੇ ਅਨੁਭਵ ਤੋਂ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਿਤ ਪੀਤਾ ਮਤ ਦੂਰ ਹੋਏ, ਕਿ ਜਿਸ ਤੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ। ਬਕਣ ਦਾ ਜੋਸ਼ ਆ ਚੜ੍ਹਦਾ ਹੈ, ਭਾਵ ਕਿ ਕੁਝ ਵੀ ਅਵਾ ਤਵਾ ਬੋਲਣ ਦਾ ਜੋਸ਼ ਆ ਜਾਂਦਾ ਹੈ। ਅੱਗੇ ਚੱਲੀਏ। ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹ ਮਿਲੈ ਸਜਾਏ। ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਹੋਈਏ। ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਕਿ ਜਿਸ ਦੇ ਪੀਤਿਆਂ ਖਸਮ ਵਿਸਰਦਾ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ ਜਿੱਥੋਂ ਤੱਕ ਵਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ। ਕਿੰਨੀ ਖੂਬਸੂਰਤ ਗੱਲ ਗੁਰੂ ਸਾਹਿਬ ਨੇ ਲਿਖੀ ਕਿ ਜਿੱਥੋਂ ਤੱਕ ਵਸ ਚੱਲੇ। ਜੇ ਕੋਈ ਸ਼ਰਾਬੀ ਵੀ ਹੈ ਉਹ ਆਪੇ ਨਹੀਂ ਹੋਇਆ, ਪਰਮਾਤਮਾ ਦਾ ਉਹਦੇ ਲਈ ਹੁਕਮ ਹੀ ਇਹ ਹੈ, ਉਹਦਾ ਵਸ ਹੀ ਨਹੀਂ ਚੱਲ ਪਾਉਂਦਾ ਕਿ ਉਹ ਇਸ ਸ਼ਰਾਬ ਤੋਂ ਮੁਕਤ ਹੋ ਸਕੇ। ਤੇ ਜਿਸ ਦਿਨ ਪਰਮਾਤਮਾ ਨੇ ਆਪਣਾ ਮਨ ਉਸ ਇਨਸਾਨ ਦੇ ਲਈ ਬਦਲ ਲਿਆ, ਉਹਨੂੰ ਕਿਸੇ ਦਵਾਈ ਦੀ, ਕਿਸੇ ਕੈਂਪ ਦੀ, ਕਿਸੇ ਦੀ ਗੱਲ ਦੀ ਲੋੜ ਨਹੀਂ ਪੈਂਦੀ, ਉਹ ਯਕਦਮ ਹੀ ਛੱਡ ਦਿੰਦਾ ਹੈ। ਨਾਨਕ ਨਦਰੀ ਸੱਚ ਮਦ ਪਾਈਐ, ਸਤਿਗੁਰ ਮਿਲੈ ਜਿਸ ਆਏ, ਸਦਾ ਸਾਹਿਬ ਕੈ ਰੰਗ ਰਹੈ, ਮਹਿਲੀ ਪਾਵੈ ਥਾਉ। ਹੇ ਨਾਨਕ, ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਨਾਮ ਰੂਪ ਨਸ਼ਾ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਏ। ਉਹ ਮਨੁੱਖ ਸਦਾ ਮਾਲਕ ਦੇ ਰੰਗ ਵਿੱਚ ਰਹਿੰਦਾ ਹੈ ਤੇ ਦਰਗਾਹ ਵਿੱਚ ਉਸ ਨੂੰ ਥਾਂ ਮਿਲਦੀ ਹੈ, ਭਾਵ ਇੱਜ਼ਤ ਮਿਲਦੀ ਹੈ। ਮਹਿਲਾ ਤੀਜਾ। ਇਹੋ ਜਗਤ ਜੀਵਤ ਮਰੈ, ਜਾਂ ਇਸਨੂੰ ਸੋਝੀ ਹੋਏ। ਜਾਂ ਤਿਨ ਸਵਾਲਿਆ ਤਾਂ ਸਭ ਰਹਿਆ, ਜਗਾਏ ਤਾਂ ਸੁਧ ਹੋਏ। ਜਦੋਂ ਇਸ ਸੰਸਾਰ ਨੂੰ, ਭਾਵ ਕਿ ਸੰਸਾਰ ਦੇ ਜੀਵਾਂ ਨੂੰ ਸਮਝ ਪੈਂਦੀ ਹੈ, ਤਦੋਂ ਇਹ ਜੀਵ ਜਿਉਂਦੇ ਹੀ ਮਰਦੇ ਹਨ, ਭਾਵ ਕਿ ਮਾਇਆ ਦੇ ਵਿੱਚ ਵਿਚਰਦੇ ਹੋਏ ਹੀ ਮਾਇਆ ਵੱਲੋਂ ਉਪਰਾਮ ਹੋ ਜਾਂਦੇ ਹਨ। ਜਦੋਂ ਅਸਲ ਇਹਦੀ ਸਮਝ ਆ ਜਾਂਦੀ ਹੈ, ਦਿਲ ਵਿੱਚੋਂ ਮਾਇਕ ਲਾਲਸਾਵਾਂ ਖਤਮ ਹੋ ਜਾਂਦੀਆਂ ਨੇ। ਉਸ ਇਨਸਾਨ ਨੂੰ ਸਮਝ ਪੈ ਜਾਂਦੀ ਹੈ ਕਿ ਕੰਮ ਕਰਨਾ ਜ਼ਰੂਰੀ ਹੈ, ਕਰਾਂਗੇ ਤੇ ਖਾਵਾਂਗੇ। ਪਰ ਉਹ ਜਿਹੜਾ ਅੱਜ ਦੇ ਇਨਸਾਨਾਂ 'ਚ ਵਸ ਗਈ ਹੈ ਨਾ ਗੱਲ, ਕਿ ਬਹੁਤਾ ਹੀ ਕੰਮ ਕਰੀ ਚੱਲੀਏ ਤੇ ਬਹੁਤਾ ਹੀ ਧਨ ਕਮਾਈ ਚੱਲੀਏ, ਉਹ ਖਤਮ ਹੋ ਜਾਂਦੀ ਹੈ। ਮਾਇਕ ਪਦਾਰਥਾਂ ਦਾ ਮਹੱਤਵ ਲੋੜਾਂ ਪੂਰੀਆਂ ਕਰਨ ਤੱਕ ਸੀਮਿਤ ਰਹਿ ਜਾਂਦਾ ਹੈ। ਇਹ ਜਗਤ ਜੀਵਤ ਮਰੈ, ਜਾਂ ਇਸ ਨੂੰ ਸੋਝੀ ਹੋਏ। ਪਰ ਸੋਝੀ ਹੋਵੇ ਕਿਵੇਂ? ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ। ਜਦ ਤੱਕ ਉਸ ਪਰਮਾਤਮਾ ਨੇ ਇਹਨੂੰ ਮਾਇਆ ਦੇ ਮੋਹ ਦੀ ਨੀਂਦ ਵਿੱਚ ਸਵਾਇਆ ਹੋਇਆ ਹੈ, ਉਦੋਂ ਤੱਕ ਇਹ ਸੁੱਤਾ ਰਹਿੰਦਾ ਹੈ। ਜਗਾਏ ਤਾਂ ਸੁੱਧ ਹੋਏ। ਜਦੋਂ ਉਹ ਪਰਮਾਤਮਾ ਆਪ ਜਗਾਵੇ, ਤਦੋਂ ਹੀ ਇਹਨੂੰ ਸੋਝੀ ਪੈਂਦੀ ਹੈ।
ਨਾਨਕ ਨਦਰ ਕਰੇ ਜੇ ਆਪਣੀ, ਸਤਿਗੁਰ ਮਿਲੈ ਸੋਏ। ਗੁਰ ਪ੍ਰਸਾਦ ਜੀਵਤ ਮਰੈ, ਤਾਂ ਫਿਰ ਮਰਨ ਨਾ ਹੋਏ। ਹੇ ਨਾਨਕ, ਜੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਹ ਆਪ ਸੰਸਾਰ ਨੂੰ ਸਤਿਗੁਰੂ ਮੇਲਦਾ ਹੈ, ਤੇ ਸਤਿਗੁਰੂ ਦੀ ਕਿਰਪਾ ਨਾਲ ਸੰਸਾਰ ਜਿਉਂਦਾ ਹੋਇਆ ਹੀ ਮਰਦਾ ਹੈ, ਫਿਰ ਮੁੜ ਕੇ ਮਰਨਾ ਨਹੀਂ ਪੈਂਦਾ। ਭਾਵ ਕਿ ਜਨਮ ਮਰਨ ਦੇ ਚੱਕਰ ਵਿੱਚੋਂ ਉਹ ਇਨਸਾਨ ਬਾਹਰ ਨਿਕਲ ਜਾਂਦਾ ਹੈ, ਜਿਹਨੂੰ ਸੋਝੀ ਪੈ ਜਾਵੇ। ਤੇ ਇੱਥੇ ਨਿੱਤ ਦੇ ਜੰਮਣੇ ਮਰਨੇ ਦੀ ਗੱਲ ਹੋ ਰਹੀ ਹੈ, ਜੋ ਇੱਕ ਦਿਨ ਦੇ ਵਿੱਚ ਅਸੀਂ ਕਈ ਵਾਰ ਜੰਮਦੇ ਤੇ ਕਈ ਵਾਰ ਮਰਦੇ ਹਾਂ। ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਆਖਿਆ ਨੂੰ ਸੁਣਦੇ ਆ ਰਹੇ ਹੋ ਤਾਂ ਇਹ ਕਨਸੈਪਟ ਤੁਹਾਡੇ ਮਨ ਵਿੱਚ ਜ਼ਰੂਰ ਹੁਣ ਤੱਕ ਕਲੀਅਰ ਹੋ ਗਿਆ ਹੋਵੇਗਾ ਕਿ ਇਹ ਨਿੱਤ ਦਾ ਜੰਮਣਾ ਮਰਨਾ ਕੀ ਹੈ। ਪੌੜੀ ਜਿਸ ਦਾ ਕੀਤਾ ਸਭ ਕਿਛ ਹੋਵੈ, ਤਿਸਨੋ ਪਰਵਾਹ ਨਾਹੀ ਕਿਸੈ ਕੇਰੀ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ, ਸਭ ਮੁਹਤਾਜੀ ਕੱਢੈ ਤੇਰੀ। ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ, ਕਿਸੇ ਦੀ ਮੁਥਾਜੀ ਨਹੀਂ, ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ। ਸਗੋਂ ਹੇ ਹਰੀ, ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ, ਕਿਉਂਕਿ ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ। ਜੇ ਤੁਧਨੋ ਸਲਾਹੇ ਸੋ ਸਭ ਕਿਛ ਪਾਵੈ, ਜਿਸਨੋ ਕਿਰਪਾ ਨਿਰੰਜਨ ਕੇਰੀ। ਸੋਈ ਸ਼ਾਹ ਸੱਚਾ ਵਣਜਾਰਾ, ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ। ਹੇ ਪ੍ਰਭੂ, ਜੋ ਮਨੁੱਖ ਤੇਰੀ ਸਿਫਤ ਸਲਾਹ ਕਰਦਾ ਹੈ ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ 'ਤੇ ਮਾਇਆ ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ। ਹੇ ਹਰੀ, ਜਿਸ ਨੇ ਤੇਰਾ ਨਾਮ ਰੂਪ ਧਨ ਵਖਰ ਲੱਦਿਆ ਹੈ ਉਹੀ ਸ਼ਾਹੂਕਾਰ ਤੇ ਸੱਚਾ ਵਣਜਾਰਾ ਹੈ। ਸਭ ਤਿਸੈ ਨੋ ਸਲਾਹੇ ਹੋ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਹੇ ਸੰਤ ਜਨੋ, ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ ਮਨ ਵਿੱਚੋਂ ਢਾਹ ਕੇ ਕੱਢ ਦਿੱਤਾ ਹੈ, ਤੁਸੀਂ ਸਾਰੇ ਉਸੇ ਦੀ ਸਿਫਤ ਸਲਾਹ ਕਰੋ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 554ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚ ਆਪਾਂ ਸਰੀਰ ਦੀ ਪਾਲਣਾ ਬਾਰੇ, ਸ਼ਰਾਬ ਬਾਰੇ ਤੇ ਜਿਉਂਦਿਆਂ ਹੋਇਆਂ ਹੀ ਮਰਨ ਬਾਰੇ, ਮਾਇਕ ਮੋਹ ਵੱਲੋਂ ਮਰਨ ਬਾਰੇ ਕਾਫੀ ਵਿਸਥਾਰ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਹਨ। ਗੁਰਬਾਣੀ ਨੂੰ ਸਮਝਿਆ ਹੈ, ਪਰਮਾਤਮਾ ਜੀ ਕਿਰਪਾ ਕਰਨ ਕਿ ਸਮਝੀ ਹੋਈ ਗੁਰਬਾਣੀ ਦਾ ਭਾਵ ਸਾਡੇ ਹਿਰਦਿਆਂ ਦੇ ਉੱਪਰ ਵਸੇ ਤੇ ਇਹ ਭਾਵ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।